ਦੋਸਤੋ ਹਾਜ਼ਰ ਹਾਂ ਇੱਕ ਹੋਰ ਵੀਡੀਓ ਰਿਪੋਰਟ ਲੈ ਕੇ। ਅੱਜ ਦੀ ਇਸ ਵੀਡੀਓ ਰਿਪੋਰਟ ਵਿੱਚ ਆਪਾਂ ਗੱਲਬਾਤ ਕਰਾਂਗੇ ਪੰਜਾਬ ਵਿੱਚ ਸਾਲ 2015 ਵਿੱਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਬੁਰਜਵਾਰ ਸਿੰਘ ਵਾਲਾ, ਬਰਗਾੜੀ, ਗੁਰੂਸਰ ਤੇ ਮਲਕੇ, ਇਹਨਾਂ ਚਾਰ ਅਲੱਗ-ਅਲੱਗ ਥਾਵਾਂ ਉੱਤੇ ਅਲੱਗ-ਅਲੱਗ ਸਮਿਆਂ ਉੱਤੇ ਕੁਝ ਮਹੀਨਿਆਂ ਦੇ ਅੰਤਰਾਲ ਦੌਰਾਨ ਘਟੀਆਂ ਉਹ ਘਟਨਾਵਾਂ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਮੁਲਜ਼ਮ ਫੜੇ ਜਾ ਚੁੱਕੇ ਨੇ। ਕੁਝ ਕੇਸਾਂ ਦੇ ਵਿੱਚ ਦੋਸ਼ੀਆਂ ਨੂੰ ਸਜ਼ਾਵਾਂ ਹੋ ਚੁੱਕੀਆਂ ਨੇ। ਵੱਡੇ ਕੇਸਿਸ ਬੁਰਜਵਾਰ ਸਿੰਘ ਵਾਲਾ ਤੇ ਬਰਗਾੜੀ ਦੇ ਹੈਗੇ ਨੇ, ਜਿਨ੍ਹਾਂ ਵਿੱਚ ਚਾਰਜਸ਼ੀਟਾਂ, ਚਲਾਨ ਵਗੈਰਾ ਫਾਈਲ ਹੋ ਚੁੱਕੇ ਨੇ। ਜ਼ਿਆਦਾਤਰ ਜਿਹੜੇ ਐਕਿਊਜ਼ਡ ਗ੍ਰਿਫਤਾਰ ਹੈਗੇ ਨੇ, ਕੁਝ ਵੱਡੇ ਨਾਂ ਵੀ ਸਾਹਮਣੇ ਆਏ ਨੇ। ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਇਸ ਕੇਸ ਦੇ ਵਿੱਚ ਇੱਕ ਮੁੱਖ ਮਾਸਟਰਮਾਈਂਡ ਹੈ, ਇੱਕ ਮੁੱਖ ਐਕਿਊਜ਼ਡ ਹੈ, ਲੇਕਿਨ ਉਸ ਦੇ ਨਾਲ ਚਾਰ ਅਜਿਹੇ ਕਲੋਜ਼ ਐਸੋਸੀਏਟਸ ਜੋ ਕਿ ਗੁਰਮੀਤ ਰਾਮ ਰਹੀਮ ਦੇ ਨਾਲ ਜੁੜੇ ਰਹੇ, ਜਿਸ ਵਿੱਚ ਉਸ ਦਾ ਆਪਣਾ ਖਾਸ ਅਸਿਸਟੈਂਟ ਮੰਨਿਆ ਜਾਂਦਾ ਰਾਕੇਸ਼ ਦਿੜਬਾ ਸ਼ਾਮਲ ਸੀ। ਉਸ ਤੋਂ ਇਲਾਵਾ ਤਿੰਨ ਹੋਰ ਅਜਿਹੇ ਮੁਲਜ਼ਮ ਨੇ ਜੋ ਕਿ ਫਰਾਰ ਨੇ। ਸੋ ਚਾਰ ਭਗੌੜੇ ਉਹ ਮੁਲਜ਼ਮਾਂ ਜਿਨ੍ਹਾਂ ਵਿੱਚੋਂ ਇੱਕ ਦੀ ਕਥਿਤ ਗ੍ਰਿਫਤਾਰੀ ਦੀ ਸੂਚਨਾ ਬੰਗਲੌਰ ਦੇ ਕੈਂਪੇਗੌੜਾ ਇੰਟਰਨੈਸ਼ਨਲ 에ਅਰਪੋਰਟ ਤੋਂ ਕੁਝ ਦਿਨ ਪਹਿਲਾਂ ਪੰਜਾਬ ਪੁਲਿਸ ਨੂੰ ਮਿਲਦੀ ਹੈ, ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਇੱਕ ਅਫੀਸ਼ੀਅਲ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ 2015 ਦੀਆਂ ਬੇਅਦਬੀਆਂ ਦਾ ਇੱਕ ਮੁਲਜ਼ਮ ਸੰਦੀਪ ਬਰੇਟਾ ਗ੍ਰਿਫਤਾਰ ਕਰ ਲਿਆ ਗਿਆ ਹੈ ਜਾਂ ਉਸ ਨੂੰ ਡਿਟੇਨ ਕੀਤਾ ਗਿਆ ਤੇ ਪੰਜਾਬ ਪੁਲਿਸ ਉਸ ਨੂੰ ਛੇਤੀ ਹੀ ਪੰਜਾਬ ਲੈ ਕੇ ਆਏਗੀ। ਇੱਕ ਹੀ ਦਿਨ ਬਾਅਦ ਫਰੀਦਕੋਟ ਪੁਲਿਸ ਵੱਲੋਂ ਕਲੈਰੀਫਿਕੇਸ਼ਨ ਜਾਰੀ ਕੀਤੀ ਜਾਂਦੀ ਹੈ ਕਿ ਪਛਾਣ, ਤਸਦੀਕ ਤੇ ਸ਼ਨਾਖਤ ਤੋਂ ਬਾਅਦ ਇਹ ਪਾਇਆ ਗਿਆ ਹੈ ਕਿ ਜਿਸ ਸ਼ਖਸ ਨੂੰ ਬੰਗਲੌਰ ਦੇ ਕੈਂਪੇਗੌੜਾ ਇੰਟਰਨੈਸ਼ਨਲ 에ਅਰਪੋਰਟ ਉੱਤੇ ਸੰਦੀਪ ਬਰੇਟਾ ਸਮਝ ਕੇ ਡਿਟੇਨ ਕੀਤਾ ਗਿਆ ਸੀ, ਉਹ ਦਰਅਸਲ ਦੇ ਵਿੱਚ ਸੰਦੀਪ ਬਰੇਟਾ ਜੋ ਕਿ ਬੇਸਿਕਲੀ ਹਰਿਆਣੇ ਦੇ ਸਿਰਸੇ ਦਾ ਰਹਿਣ ਵਾਲਾ ਸੀ, ਅੱਜ ਭਗੌੜਾ ਹੈ, ਫਰਾਰ ਹੈ। ਉਸ ਲਈ ਲੁੱਕਆਊਟ ਨੋਟਿਸ ਜਾਰੀ ਹੋਏ ਨੇ। ਉਹ ਸੰਦੀਪ ਬਰੇਟਾ ਨਹੀਂ ਹੈ। ਡਿਟੇਨ ਕੀਤਾ ਜਾਣ ਵਾਲਾ ਸ਼ਖਸ ਸੰਦੀਪ ਮੰਨਨ ਨਾਂ ਦਾ ਦਿੱਲੀ ਦਾ ਰਹਿਣ ਵਾਲਾ ਵਸਨੀਕ ਹੈ। ਹੁਣ ਆਪਣੇ ਆਪ ਦੇ ਵਿੱਚ ਇੱਕ ਮਿਸਟੇਕਨ ਆਇਡੈਂਟੀਟੀ ਦਾ ਕੇਸ ਹੈ। ਇਸ ਵਿੱਚ ਕੋਈ ਵੱਡੀ ਆਫਤ ਨਹੀਂ ਆ ਜਾਂਦੀ ਹੈ ਜੇ ਇਸ ਤਰੀਕੇ ਦੀ ਮਿਲੀ ਹੋਈ ਸੂਚਨਾ ਪਹਿਲਾਂ ਸਹੀ ਤੇ ਬਾਅਦ ਦੇ ਵਿੱਚ ਗਲਤ ਪਾਈ ਜਾਂਦੀ ਹੈ, ਲੇਕਿਨ ਇਸ ਸੂਚਨਾ ਦੇ ਗਲਤ ਨਿਕਲਣ ਦੇ ਪਿੱਛੇ ਦੇ ਕਾਰਨਾਂ ਨੂੰ ਸਮਝਣਾ ਜ਼ਰੂਰੀ ਹੈ। ਠੀਕ ਹੈ, ਇੱਕ ਗਲਤ ਇਨਫੋਰਮੇਸ਼ਨ ਨੇ ਹੀ ਇਸ ਮੁੱਦੇ ਨੂੰ ਜਾਂ ਇਸ ਵਿਸ਼ੇ ਨੂੰ ਦੁਬਾਰਾ ਛੇੜਿਆ, ਲੇਕਿਨ ਇਹ ਵਿਸ਼ਾ ਸੈਂਟਰ ਸਟੇਜ ਵਿੱਚ ਆਉਂਦਾ ਹੈ। ਆਖਿਰ ਸੰਦੀਪ ਬਰੇਟਾ, ਰਾਕੇਸ਼ ਦਿੜਬਾ, ਹਰਸ਼ ਧੂਰੀ ਤੇ ਪ੍ਰਦੀਪ ਕਲੇਰ, ਇਹ ਉਹ ਚਾਰ ਐਕਿਊਜ਼ ਜੋ ਕਿ ਇਸ ਵਕਤ ਫਰਾਰ ਹੈਗੇ ਨੇ, ਲੁੱਕਆਊਟ ਨੋਟਿਸ ਜਾਰੀ ਹੈਗੇ ਨੇ, ਡੇਰੇ ਦੀ ਮੇਨ ਕਮੇਟੀ ਦੇ ਮੈਂਬਰ ਸਨ ਤੇ ਗੁਰਮੀਤ ਰਾਮ ਰਹੀਮ, ਮਹਿੰਦਰਪਾਲ ਸਿੰਘ ਬਿੱਟੂ ਦੇ ਵਿੱਚ ਦੀ ਕੜੀ ਸਨ। ਅੱਜ ਇਹੀ ਉਹ ਮਿਸਿੰਗ ਲਿੰਕ ਨੇ ਜਿਨ੍ਹਾਂ ਦੀ ਬੇਅਦਬੀ ਦੇ ਕੇਸਾਂ ਦੇ ਵਿੱਚ ਲੋੜ ਹੈ, ਭਾਲ ਹੈ ਪੁਲਿਸ ਨੂੰ। ਲੇਕਿਨ 7 ਸਾਲ ਬੀਤਣ ਤੋਂ ਬਾਅਦ, ਇਹਨਾਂ ਬੇਅਦਬੀ ਦੀਆਂ ਘਟਨਾਵਾਂ ਦੇ 8 ਸਾਲ ਬੀਤਣ ਤੋਂ ਬਾਅਦ, ਇਹਨਾਂ ਦੇ ਕੇਸਾਂ ਦੇ ਵਿੱਚ ਨਾਮਜ਼ਦ ਹੋਣ ਤੋਂ 6 ਸਾਲ ਬੀਤਣ ਤੋਂ ਬਾਅਦ ਵੀ ਇਹ ਲੋਕਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ। ਸੋ ਇੱਕ ਗਲਤ ਜਾਣਕਾਰੀ ਖਬਰ ਆਉਂਦੀ ਹੈ ਜਿਸ ਨੂੰ ਕਿ ਪੰਜਾਬ ਪੁਲਿਸ ਆਪਣੇ ਆਫੀਸ਼ੀਅਲ ਟਵਿੱਟਰ ਹੈਂਡਲ ਤੋਂ ਪੋਸਟ ਕਰ ਦਿੰਦੀ ਹੈ ਤੇ ਇੱਕ ਹੀ ਦਿਨ ਬਾਅਦ ਫਰੀਦਕੋਟ ਪੁਲਿਸ ਵੱਲੋਂ ਉਸ ਦਿੱਤੀ ਹੋਈ ਜਾਣਕਾਰੀ ਨੂੰ ਵਾਪਸ ਲੈ ਕੇ ਉਸ ਨੂੰ ਦਰੁਸਤ ਕਰਕੇ ਇਹ ਕਹਿਣਾ ਪੈਂਦਾ ਕਿ ਜਾਣਕਾਰੀ ਸਹੀ ਨਹੀਂ ਸੀ, ਡਿਟੇਨ ਹੋਣ ਵਾਲਾ ਸ਼ਖਸ ਕੋਈ ਹੋਰ ਸੀ। ਅਜਿਹੀ ਕੋਈ ਵੀ ਜਾਣਕਾਰੀ ਜਦੋਂ ਗਲਤ ਨਿਕਲਦੀ ਹੈ ਤੇ ਜੇ ਕਿਸੇ ਡਿਜੀਟਲ ਨਿਊਜ਼ ਪਬਲਿਸ਼ਰ ਵੱਲੋਂ, ਕਿਸੇ ਪਲੇਟਫਾਰਮ ਵੱਲੋਂ, ਕਿਸੇ ਚੈਨਲ ਵੱਲੋਂ ਇਹ ਜਾਣਕਾਰੀ ਸ਼ੇਅਰ ਕੀਤੀ ਜਾਂਦੀ ਹੈ, ਉਸ ਉੱਤੇ ਬੜੇ ਵੱਡੇ ਇਤਰਾਜ਼ ਪੰਜਾਬ ਪੁਲਿਸ ਵੱਲੋਂ ਜਤਾਏ ਜਾਂਦੇ ਨੇ। ਬੀਤੇ ਤੁਸੀਂ ਤਕਰੀਬਨ 2-2.5 ਮਹੀਨਿਆਂ ਦੀ, ਖਾਸ ਕਰਕੇ ਅੰਮ੍ਰਿਤਪਾਲ ਸਿੰਘ ਦੀ ਫਰਾਰੀ ਤੋਂ ਲੈ ਕੇ ਉਸ ਦੀ ਗ੍ਰਿਫਤਾਰੀ ਦਾ ਜਿੰਨਾ ਵੀ 1.5-2 ਮਹੀਨੇ ਪੂਰਾ ਦਾ ਪੂਰਾ ਪ੍ਰਕਰਨ ਚੱਲਿਆ, ਉਸ ਦੌਰਾਨ ਪੰਜਾਬ ਪੁਲਿਸ ਨੇ ਬੇਤਹਾਸ਼ਾ ਤੇ ਅਣਗਿਣਤ ਮੈਨੂੰ ਲੱਗਦਾ ਹੈ ਪੋਸਟਾਂ ਪਾਈਆਂ ਜਿਨ੍ਹਾਂ ਦੇ ਵਿੱਚ ਬਾਰ-ਬਾਰ ਫੇਕ ਨਿਊਜ਼ ਦੀ ਖੈਰ ਨਹੀਂ ਕਰਕੇ ਹੈਸ਼ਟੈਗ ਕੀਤਾ ਗਿਆ। ਹੁਣ ਇਸ ਵਿਸ਼ੇ ਨੂੰ ਮੈਂ ਅੱਜ ਇੱਥੇ ਇਸ ਵਾਸਤੇ ਚੁੱਕਣਾ ਚਾਹ ਰਿਹਾ ਕਿਉਂਕਿ ਇੱਕ ਦਿਨ ਪਹਿਲਾਂ ਹੀ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੁਣ ਰਿਹਾ ਸੀ, ਜਿਨ੍ਹਾਂ ਦੇ ਨਾਲ ਪੰਜਾਬ ਦੇ ਡੀਜੀਪੀ ਤੇ ਹੋਰ ਪੰਜਾਬ ਦੇ ਆਲਾ ਪੁਲਿਸ ਅਫਸਰ ਖੜੇ ਸਨ। ਸਾਈਬਰ ਸੈੱਲ ਨੂੰ ਕੁਝ ਫੰਡਿੰਗ ਦਿੱਤੀ ਜਾ ਰਹੀ ਸੀ ਤਾਂ ਕਿ ਸਾਈਬਰ ਸੈੱਲ ਜਾਂ ਸਾਈਬਰ ਸਿਕਿਉਰਿਟੀ ਨੂੰ ਹੋਰ ਮਜ਼ਬੂਤ ਕੀਤਾ ਜਾਏ, ਪੁਖਤਾ ਕੀਤਾ ਜਾਏ। ਤੇ ਮੁੱਖ ਮੰਤਰੀ ਨੇ ਜਿੰਨੇ ਵੀ ਮਿੰਟ ਉੱਥੇ ਗੱਲਬਾਤ ਕੀਤੀ, ਲਗਾਤਾਰ ਉਹਨਾਂ ਵੱਲੋਂ ਜ਼ਿਕਰ ਇਹੀ ਹੋ ਰਿਹਾ ਸੀ ਕਿ ਚੈਨਲਾਂ ਵੱਲੋਂ ਅਨਵੈਰੀਫਾਈਡ ਇਨਫੋਰਮੇਸ਼ਨਾਂ ਪਾਤੀਆਂ ਜਾਂਦੀਆਂ ਨੇ, ਸੂਚਨਾਵਾਂ ਗਲਤ ਪਾਤੀਆਂ ਜਾਂਦੀਆਂ ਨੇ। ਸੋ ਉਸ ਤਰੀਕੇ ਦੀ ਪ੍ਰਵਿਰਤੀ ਨੂੰ ਰੋਕਣ ਲਈ ਅਸੀਂ ਸਾਈਬਰ ਸਿਕਿਉਰਿਟੀ ਨੂੰ ਮਜ਼ਬੂਤ ਕਰ ਰਹੇ ਹਾਂ, ਸਾਈਬਰ ਮਜ਼ਬੂਤ ਕਰ ਰਹੇ ਹਾਂ, ਸਾਈਬਰ ਨੂੰ ਹੋਰ ਬਲ ਦੇ ਰਹੇ ਹਾਂ। ਸੋ ਇਸ ਤਰੀਕੇ ਦੀ ਗੱਲਾਂ ਬਾਤਾਂ ਜਿਨ੍ਹਾਂ ਦੀ ਸ਼ਾਇਦ ਮੁੱਖ ਮੰਤਰੀ ਖੁਦ ਵੀ ਉਸ ਤਰੀਕੇ ਨਾਲ ਸਮਝ ਨਹੀਂ ਰੱਖਦੇ ਸੀ, ਲੇਕਿਨ ਉਹ ਆਪਣੇ ਬਿਆਨਾਂ ਦੇ ਵਿੱਚ ਇਹ ਗੱਲਬਾਤ ਨੂੰ ਕਰ ਰਹੇ ਸੀ। ਤੇ ਮੈਨੂੰ ਹੈਰਾਨੀ ਹੋ ਰਹੀ ਸੀ ਕਿ ਜਦੋਂ ਤੁਸੀਂ ਸਾਈਬਰ ਸਿਕਿਉਰਿਟੀ ਦੀ ਪੂਰੀ ਗੱਲਬਾਤ ਕਰਦੇ ਹੋ, ਉਸ ਦੇ ਵਿੱਚ ਨਿਊਜ਼ ਚੈਨਲਾਂ ਉੱਤੇ ਪਾਈਆਂ ਜਾਣ ਵਾਲੀਆਂ ਖਬਰਾਂ ਹਮੇਸ਼ਾ ਤੁਹਾਡੇ ਜ਼ਿਹਨ ਦੇ ਵਿੱਚ ਕਿਉਂ ਹੈਗੀਆਂ ਨੇ? ਸਰਕਾਰੀ ਤੰਤਰ ਦਾ ਪੂਰਾ ਜ਼ੋਰ ਨਿਊਜ਼ ਇਕੋਸਿਸਟਮ ਨੂੰ ਕੰਟਰੋਲ ਕਰਨ ਜਾਂ ਫਿਰ ਨਿਊਜ਼ ਅਦਾਰਿਆਂ ਨੂੰ ਡਰਾਉਣ ਧਮਕਾਉਣ ਦੇ ਵਿੱਚ ਕਿਉਂ ਲੱਗਿਆ ਹੋਇਆ ਹੈ? ਇਹ ਗੱਲ ਮੈਂ ਇਸ ਵਾਸਤੇ ਕਹਿ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਬੀਤੇ 2-2.5 ਮਹੀਨਿਆਂ ਦੇ ਵਿੱਚ ਫੇਕ ਨਿਊਜ਼ ਦੇ ਨਾਂ ਦੇ ਉੱਤੇ ਜੋ ਕੁਝ ਹੋਇਆ ਹੈ ਉਹ ਸ਼ਾਇਦ ਹੀ ਦੇਸ਼ ਦੇ ਕਿਸੇ ਹੋਰ ਸੂਬੇ ਦੇ ਵਿੱਚ ਹੋਇਆ ਹੋਵੇ। ਇਸ ਗੱਲ ਵਿੱਚ ਕੋਈ ਦੋਰਾਮਾ ਨਹੀਂ ਹੈਗੀ ਕਿ ਭਾਰਤ ਦੇ ਵਿੱਚ, ਇੰਡੀਆ ਦੀ ਜੇ ਆਪਾਂ ਗੱਲ ਕਰੀਏ, ਮੀਡੀਆ ਨੂੰ ਦਬਾਇਆ ਜਾ ਰਿਹਾ ਹੈ,
ਉਹ ਮੀਡੀਆ ਜੋ ਕਿ ਸਰਕਾਰ ਦਾ ਐਸਟੈਬਲਿਸ਼ਮੈਂਟ ਦਾ ਕ੍ਰਿਟੀਕਲ ਮੀਡੀਆ ਹੈ, ਉਸ ਨੂੰ ਕੋਈ ਨਾ ਕੋਈ ਢੰਗ ਤਰੀਕਾ ਦੇਖ ਕੇ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ। ਕੋਈ ਨਾ ਕੋਈ ਅਜਿਹੇ ਬਹਾਨੇ ਬਣਾ ਲਏ ਜਾਂਦੇ ਨੇ ਜਿਨ੍ਹਾਂ ਵਿੱਚੋਂ ਸਭ ਤੋਂ ਇੰਪੋਰਟੈਂਟ ਤੇ ਸਭ ਤੋਂ ਜਿਹੜਾ ਪੋਟੈਂਟ, ਜਿਸ ਨੂੰ ਕਹਿੰਦੇ ਕਿ ਮਜ਼ਬੂਤ ਆਧਾਰ ਹੁੰਦਾ ਹੈ, ਉਹ ਹੁੰਦਾ ਫੇਕ ਨਿਊਜ਼ ਦਾ। ਸੋ ਕਿਸੇ ਵੀ ਚੈਨਲ ਉੱਤੇ, ਡਿਜੀਟਲ ਪਬਲਿਸ਼ਰ ਉੱਤੇ ਫੇਕ ਨਿਊਜ਼ ਫੈਲਾਉਣ ਦੇ ਤੁਸੀਂ ਇਲਜ਼ਾਮ ਲਾ ਦਿਓ ਤੇ ਉਸ ਤੋਂ ਬਾਅਦ ਉਸ ਦੀ ਰਿਪੋਰਟਿੰਗ ਕਰਤੀ ਜਾਂਦੀ ਹੈ। ਜਾਣਕਾਰੀ ਤਾਂ ਇੱਥੋਂ ਤੱਕ ਮਿਲੀ ਹੈ ਕਿ ਪੰਜਾਬ ਦੀ ਜਿਹੜੀ ਸੱਤਾਧਾਰੀ ਧਿਰ ਹੈ ਉਸ ਦੇ ਇਸ਼ਾਰੇ ਉੱਤੇ ਸਾਈਬਰ ਸੈੱਲ ਦੀ ਵਰਤੋਂ ਹੀ ਕਿਸੇ ਹੋਰ ਕੰਮ ਲਈ ਕੀਤੀ ਜਾ ਰਹੀ ਹੈ। ਬਹੁਤ ਸੇ ਅਜਿਹੇ ਫੇਸਬੁੱਕ ਅਤੇ YouTube ਚੈਨਲਸ ਹੈਗੇ ਨੇ ਜਾਂ ਫਿਰ ਟਵਿੱਟਰ ਹੈਂਡਲ ਹੈਗੇ ਨੇ ਇੰਡੀਵਿਜੂਅਲ ਪੱਤਰਕਾਰਾਂ ਦੇ, ਸੁਤੰਤਰ ਪੱਤਰਕਾਰਾਂ ਦੇ, ਜਿਨ੍ਹਾਂ ਨੂੰ ਬੀਤੇ ਦਿਨਾਂ ਦੇ ਵਿੱਚ ਬਲੌਕ ਕੀਤਾ ਗਿਆ, ਇਹਨਾਂ ਨੂੰ ਰਿਸਟ੍ਰਿਕਟ ਕਰਤਾ ਗਿਆ, ਪੇजेस ਨੂੰ ਰਿਸਟ੍ਰਿਕਟ ਕਰਤਾ ਗਿਆ। ਤੇ ਬਹੁਤ ਸੇ ਉਹ ਲੋਕ ਜੋ ਕਿ ਆਪਣੀ ਰੋਜ਼ੀ ਰੋਟੀ ਚਲਾਉਂਦੇ ਨੇ ਫੇਸਬੁੱਕ ਉੱਤੇ ਜਾਂ YouTube ਉੱਤੇ ਖਬਰਾਂ ਨੂੰ ਨਸ਼ਰ ਕਰਕੇ, ਬੜੇ ਅਨੁਭਵੀ ਪੱਤਰਕਾਰ 20-20 ਸਾਲਾਂ ਦਾ ਜਿਨ੍ਹਾਂ ਨੂੰ ਤਜਰਬਾ ਹੈ, ਉਹਨਾਂ ਦੇ ਨਾਲ ਵੀ ਇਹ ਕੁਝ ਹੋਇਆ ਹੈ। ਹੁਣ ਇਹ ਪੂਰਾ ਦਾ ਪੂਰਾ ਜਦੋਂ ਨੈਰੇਟਿਵ ਬਿਰਤਾਂਤ ਇਸ ਨੂੰ ਖੜਾ ਕੀਤਾ ਜਾਂਦਾ ਹੈ, ਇਸ ਦਾ ਆਧਾਰ ਬਣਾਇਆ ਜਾਂਦਾ ਹੈ ਫੇਕ ਨਿਊਜ਼ ਨੂੰ ਜਾਂ ਫਿਰ ਫੈਕਟ ਚੈਕਿੰਗ ਨੂੰ। ਇੱਥੇ ਵੀ ਮੈਂ ਜ਼ਿਕਰ ਕਰਦਾ ਕਿ ਕੌਮੀ ਪੱਧਰ ਉੱਤੇ ਭਾਰਤ ਦੇ ਵਿੱਚ ਨੈਸ਼ਨਲ ਲੈਵਲ ਉੱਤੇ ਫੈਕਟ ਚੈਕਿੰਗ ਲਈ ਇੱਕ ਅਦਾਰਾ ਬਣਾਇਆ ਜਾ ਰਿਹਾ। ਪਹਿਲਾਂ ਪ੍ਰੈਸ ਇਨਫੋਰਮੇਸ਼ਨ ਬਿਊਰੋ ਜੋ ਕਿ ਭਾਰਤ ਦੀ ਸਰਕਾਰ ਦਾ ਇੱਕ ਵਿੰਗ ਹੈ, ਉਸ ਦੀ ਮੀਡੀਆ ਪਬਲਿਸਿਟੀ ਦਾ, ਉਸ ਦੀ ਮੀਡੀਆ ਜਾਣਕਾਰੀ ਨੂੰ ਪੱਤਰਕਾਰਾਂ ਜਾਂ ਅਦਾਰਿਆਂ ਤੱਕ, ਮੀਡੀਆ ਪਬਲਿਸ਼ਰਸ ਤੱਕ ਪਹੁੰਚਾਉਣ ਦਾ ਇੱਕ ਜ਼ਰੀਆ ਹੈ, ਉਸ ਨੂੰ ਹੀ ਇਸ ਫੈਕਟ ਚੈਕਿੰਗ ਦਾ ਜ਼ਿੰਮਾ ਦਿੱਤਾ ਜਾਣਾ ਸੀ। ਲੇਕਿਨ ਉਸ ਤੋਂ ਬਾਅਦ ਪੱਤਰਕਾਰਾਂ ਦੀ ਜਿਹੜੀ ਨੁਮਾਇੰਦਾ ਜਮਾਤਾਂ ਸਨ, ਐਡੀਟਰ ਗਿਲਡ ਵਗੈਰਾ, ਉਹਨਾਂ ਵੱਲੋਂ ਇਤਰਾਜ਼ ਜ਼ਾਹਰ ਕੀਤੇ ਗਏ, ਜਿਸ ਤੋਂ ਬਾਅਦ PIB ਨੂੰ ਥੋੜਾ ਪਿੱਛੇ ਰੱਖਿਆ ਗਿਆ ਤੇ ਹੁਣ ਕਿਹਾ ਜਾ ਰਿਹਾ ਕਿ ਇੱਕ ਥਰਡ ਪਾਰਟੀ, ਇੱਕ ਅਜਿਹਾ ਰੈਗੂਲੇਟਰ ਹੋਏਗਾ ਜੋ ਕਿ ਫੈਕਟ ਚੈੱਕ ਕਰੇਗਾ। ਫੈਕਟ ਚੈਕਿੰਗ ਦੇ ਨਾਂ ਉੱਤੇ ਜਾਂ ਫੇਕ ਨਿਊਜ਼ ਨੂੰ ਰੋਕਣ ਦੇ ਨਾਂ ਉੱਤੇ ਜਿਹੜੀ ਖਬਰਾਂ ਸ਼ੇਅਰ ਕੀਤੀਆਂ ਜਾਂਦੀਆਂ ਨੇ, ਜਾਣਕਾਰੀਆਂ ਸ਼ੇਅਰ ਕੀਤੀਆਂ ਜਾਂਦੀਆਂ ਨੇ ਮੀਡੀਆ ਪਲੇਟਫਾਰਮਸ ਦੇ ਉੱਤੇ, ਉਸ ਨੂੰ ਦਬਾਉਣ ਦੀ ਕਿਤੇ ਨਾ ਕਿਤੇ ਕੋਸ਼ਿਸ਼ ਜ਼ਰੂਰ ਕੀਤੀ ਜਾਏਗੀ। ਤੇ ਪੰਜਾਬ ਦੇ ਵਿੱਚ ਇਸ ਮਾਡਲ ਨੂੰ ਇੱਕ ਮਾਈਕਰੋ ਲੈਵਲ ਦੇ ਉੱਤੇ ਜਿਸ ਤਰੀਕੇ ਦੇ ਨਾਲ ਭਗਵੰਤ ਮਾਨ ਦੀ ਸਰਕਾਰ ਨੇ ਲਾਗੂ ਕੀਤਾ ਹੈ, ਉਹ ਬਹੁਤ ਹੀ ਸ਼ਰਮਨਾਕ ਇੱਕ ਤਰੀਕਾ ਹੈ। ਲੇਕਿਨ ਅੱਜ ਸੰਦੀਪ ਬਰੇਟਾ ਸੰਬੰਧੀ ਜਿਹੜੀ ਜਾਣਕਾਰੀ ਪੰਜਾਬ ਪੁਲਿਸ ਦੇ ਆਫੀਸ਼ੀਅਲ ਟਵਿੱਟਰ ਹੈਂਡਲ ਤੋਂ ਗਲਤ ਜਾਣਕਾਰੀ, ਫੇਕ ਨਿਊਜ਼ ਸ਼ੇਅਰ ਕਰਤੀ ਜਾਂਦੀ ਹੈ ਜੋ ਕਿ ਆਧਾਰ ਬਣਦੀ ਹੈ। ਦੇਸ਼ ਦੀਆਂ ਸਾਰੀਆਂ ਖਬਰਾਂ ਦੇ ਵਿੱਚ ਜਾਣਕਾਰੀ ਨਸ਼ਰ ਹੋਈ ਕਿਉਂਕਿ ਪੰਜਾਬ ਪੁਲਿਸ ਨੇ ਆਪਣੇ ਆਫੀਸ਼ੀਅਲ ਹੈਂਡਲ ਤੋਂ ਜਾਣਕਾਰੀ ਦਿੱਤੀ। ਹੁਣੇ ਪੰਜਾਬ ਪੁਲਿਸ ਹੀ ਇੱਕ ਅਧਿਕਾਰਤ, ਅਸੀਂ ਜਦੋਂ ਵੀ ਕੋਈ ਅਜਿਹੀ ਘਟਨਾ ਹੁੰਦੀ ਹੈ ਉਸ ਦੇ ਬਾਰੇ ਇੱਕ ਆਫੀਸ਼ੀਅਲ ਜਿਹੜਾ ਆਥੋਰਾਈਜ਼ਡ ਵਰਜ਼ਨ ਹੁੰਦਾ ਹੈ, ਉਸ ਦੀ ਉਡੀਕ ਹਰ ਅਦਾਰੇ ਨੂੰ ਹੁੰਦੀ ਹੈ ਤੇ ਜਦ ਤੱਕ ਉਸ ਨੂੰ ਸਰਕਾਰ ਜਾਂ ਕੋਈ ਪੁਲਿਸ ਦਾ ਅਫਸਰ ਇਸ ਚੀਜ਼ ਦੀ ਤਸਦੀਕ ਨਹੀਂ ਕਰ ਦਿੰਦਾ, ਤਦ ਤੱਕ ਖਬਰਾਂ ਮੇਨ ਸਟ੍ਰੀਮ ਜਿਹੜੀ ਮੀਡੀਆ ਕੈਰੀ ਨਹੀਂ ਕਰਦਾ। ਇਸ ਪੰਜਾਬ ਪੁਲਿਸ ਦੀ ਟਵੀਟ ਤੋਂ ਬਾਅਦ ਸੰਦੀਪ ਬਰੇਟੇ ਦੀ ਕਥਿਤ ਗ੍ਰਿਫਤਾਰੀ ਦੀ ਖਬਰ ਦੇਸ਼ ਦੇ ਹਰ ਅਖਬਾਰ ਦੇ ਵਿੱਚ, ਈਵਨ ਦੁਨੀਆ ਭਰ ਦੇ ਵਿੱਚ, ਕਿਉਂਕਿ ਬੇਅਦਬੀ ਦੇ ਕੇਸਾਂ ਦੇ ਨਾਲ ਸਰੋਕਾਰ ਪੂਰੀ ਦੁਨੀਆ ਭਰ ਦੇ ਵਿੱਚ ਵਸੇ ਜਿਹੜੇ ਪੰਜਾਬੀ ਹੈਗੇ ਨੇ, ਸਿੱਖ ਹੈਗੇ ਨੇ, ਉਹਨਾਂ ਦਾ ਹੈ। ਸੋ ਖਬਰਾਂ ਨਸ਼ਰ ਹੋਈਆਂ ਕਿ ਡੇਰੇ ਸੱਚੇ ਸੌਦੇ ਦਾ ਇੱਕ ਹੋਰ ਨੇੜਲਾ, ਉਹਨਾਂ ਦੀ ਨੈਸ਼ਨਲ ਕਮੇਟੀ ਦਾ ਮੈਂਬਰ ਸੰਦੀਪ ਬਰੇਟਾ ਫੜਿਆ ਜਾਂਦਾ ਹੈ। ਸੋ ਗਲਤ ਖਬਰਾਂ ਪ੍ਰਕਾਸ਼ਿਤ ਹੋ ਜਾਂਦੀਆਂ ਨੇ ਕਿਉਂਕਿ ਪੰਜਾਬ ਪੁਲਿਸ ਆਪਣੇ ਆਫੀਸ਼ੀਅਲ ਵੈਰੀਫਾਈਡ ਹੈਂਡਲ ਤੋਂ ਹੀ ਗਲਤ ਜਾਣਕਾਰੀ ਨਸ਼ਰ ਕਰ ਦਿੰਦਾ ਹੈ। ਹੁਣ ਅਜਿਹੀਆਂ ਖਬਰਾਂ ਤੇ ਜਾਣਕਾਰੀਆਂ ਦੀ ਅਸਲੀਅਤ ਤੇ ਪ੍ਰਮਾਣਿਕਤਾ ਨੂੰ ਸਰਟੀਫਾਈ ਕਰਨ ਦੇ ਨਾਂ ਉੱਤੇ, ਫੈਕਟ ਚੈਕਿੰਗ ਦੇ ਨਾਂ ਉੱਤੇ ਫੇਕ ਨਿਊਜ਼ ਦੀ ਖੈਰ ਨਹੀਂ, ਇਹ ਕਹਿ ਕੇ ਕਿ ਮੀਡੀਆ ਦੇ ਕੰਟੈਂਟ ਨੂੰ ਰੈਗੂਲੇਟ ਕਰਨ ਦੇ ਵਿੱਚ ਤਾਂ ਸਰਕਾਰਾਂ ਕੋਈ ਕਸਰ ਨਹੀਂ ਛੱਡ ਰਹੀਆਂ, ਲੇਕਿਨ ਜਦੋਂ ਆਪਣੇ ਆਫੀਸ਼ੀਅਲ ਹੈਂਡਲਸ ਤੋਂ ਜਾਂ ਆਪਣੇ ਅਧਿਕਾਰਿਤ ਜਿਹੜੇ ਉਹਨਾਂ ਕੋਲ ਪਲੇਟਫਾਰਮ ਹੈਗੇ ਨੇ, ਜੇ ਉਹਨਾਂ ਤੋਂ ਹੀ ਗਲਤ ਜਾਣਕਾਰੀਆਂ ਜਾਂ ਸੂਚਨਾਵਾਂ ਦਿੱਤੀਆਂ ਜਾਣਗੀਆਂ, ਜਿਨ੍ਹਾਂ ਦੀ ਬਦੌਲਤ ਜਾਂ ਜਿਨ੍ਹਾਂ ਦੀ ਵਜ੍ਹਾ ਦੇ ਨਾਲ ਮੀਡੀਆ ਦੇ ਵਿੱਚ ਖਬਰਾਂ ਜਿਹੜੀਆਂ ਛਪਣਗੀਆਂ ਉਹ ਗਲਤ ਸਾਬਤ ਹੋਣਗੀਆਂ, ਉਹਨਾਂ ਸਥਿਤੀਆਂ ਦੇ ਵਿੱਚ ਕੀ ਹੱਲ ਤਲਾਸ਼ਿਆ ਜਾਵੇ ਤੇ ਕਿਸ ਨੂੰ ਦੋਸ਼ ਦਿੱਤਾ ਜਾਵੇ। ਅੱਜ ਮੁੱਖ ਮੰਤਰੀ ਜੇ ਬਾਰ-ਬਾਰ ਚੈਨਲਾਂ ਦਾ ਜ਼ਿਕਰ ਕਰਕੇ ਸਾਈਬਰ ਸਿਕਿਉਰਿਟੀ ਦੇ ਨਾਂ ਉੱਤੇ ਦਿੱਤੀ ਜਾ ਰਹੀ ਫੰਡਿੰਗ ਨੂੰ ਵੀ ਇਸ ਪਰਪਸ ਲਈ ਵਰਤਣ ਦਾ ਇਸ਼ਾਰਾ ਖੁੱਲ੍ਹੇਆਮ ਹੀ ਕਰ ਜਾਂਦੇ ਨੇ, ਤਾਂ ਆਪਾਂ ਕੀ ਮੰਨ ਕੇ ਚੱਲੀਏ ਕਿ ਇਹ ਨਿਜ਼ਾਮ ਤੇ ਇਹ ਸਰਕਾਰਾਂ ਅਸਲ ਦੇ ਵਿੱਚ ਮੀਡੀਆ ਦੀ ਸੁਤੰਤਰਤਾ ਨੂੰ ਚੱਲਣਗੀਆਂ। ਅੱਜ ਸੰਦੀਪ ਬਰੇਟਾ ਦੀ ਇਹ ਜਿਹੜੀ ਗਲਤ ਜਾਣਕਾਰੀ ਨਸ਼ਰ ਹੋਈ ਹੈ ਤੇ ਇਸ ਤਰੀਕੇ ਦੀ ਗਲਤ ਜਾਣਕਾਰੀਆਂ ਨਸ਼ਰ ਹੋਣ ਨਾਲ ਕੋਈ ਆਫਤ ਨਹੀਂ ਆ ਜਾਂਦੀ। ਇਸ ਤਰੀਕੇ ਦੀਆਂ ਸੰਭਾਵਨਾਵਾਂ ਜਦੋਂ ਤੁਸੀਂ ਅੰਡਰਵਰਲਡ ਦੇ ਨਾਲ, ਇਸ ਤਰੀਕੇ ਦੇ ਕ੍ਰਿਮੀਨਲਸ ਦੇ ਨਾਲ ਡੀਲ ਕਰ ਰਹੇ ਹੁੰਦੇ ਹੋ, ਇਸ ਚੀਜ਼ ਦੀਆਂ ਸੰਭਾਵਨਾਵਾਂ ਹਮੇਸ਼ਾ ਰਹਿੰਦੀਆਂ ਨੇ ਕਿ ਸੂਚਨਾਵਾਂ ਗਲਤ ਵੀ ਹੋ ਸਕਦੀਆਂ ਨੇ। ਇਨਫੋਰਮੇਸ਼ਨ ਨੂੰ ਕਰੈਕਟ ਕਰਨਾ, ਰੈਕਟੀਫਾਈ ਕਰਨਾ ਤੇ ਉਹ ਕਰ ਵੀ ਦਿੱਤਾ ਗਿਆ ਨਾ ਹੈਂਡਲਸ ਵੱਲੋਂ। ਲੇਕਿਨ ਬਹੁਤ ਸੇ ਕੇਸਿਸ ਐਸੇ ਰਹੇ ਨੇ ਜਿਨ੍ਹਾਂ ਦੇ ਵਿੱਚ ਜਦੋਂ ਕੋਈ ਘਟਨਾਵਾਂ ਹੋਈਆਂ ਨੇ ਉਹਨਾਂ ਦੇ ਉੱਤੇ ਪਰਦੇ ਪਾਏ ਗਏ ਨੇ। ਲਾਰੈਂਸ ਬਿਸ਼ਨੋਈ ਦੀ ਜੇਲ੍ਹ ਵਿੱਚ ਹੋਈ ਇੰਟਰਵਿਊ ਦਾ ਇੱਕ ਐਗਜ਼ਾਮਪਲ ਹੈ। ਗੋਇੰਦਵਾਲ ਸਾਹਿਬ ਦੀ ਜੇਲ੍ਹ ਦੀ ਜਿਹੜੀ ਘਟਨਾ, ਉਸ ਘਟਨਾ ਤੋਂ ਬਾਅਦ ਗੋਲਡੀ ਬਰਾੜ ਦੀ ਇੱਕ ਪੋਸਟ ਨੂੰ ਪੰਜਾਬ ਪੁਲਿਸ ਨੇ ਫੇਕ ਕਿਹਾ ਤੇ ਕਿਹਾ ਕਿ ਇਹ ਜਿਹੜੀ ਪੋਸਟ ਫੇਕ ਹੈ। ਲੇਕਿਨ ਉਸ ਪੋਸਟ ਦੇ ਵਿੱਚ ਜਿੰਨੀ ਵੀ ਜਾਣਕਾਰੀ ਸੀ, ਇੱਕ ਗੈਂਗ ਵਾਰ ਦਾ ਜਿਹੜਾ ਹਵਾਲਾ ਦਿੱਤਾ ਗਿਆ ਸੀ, ਦਾਅਵੇ ਕੀਤੇ ਗਏ ਸੀ ਤੇ ਇਸ ਚੀਜ਼ ਦੀ ਜ਼ਿੰਮੇਵਾਰੀ ਲਈ ਗਈ ਸੀ ਕਿ ਗੋਇੰਦਵਾਲ ਸਾਹਿਬ ਦੀ ਇਸ ਘਟਨਾ ਨੂੰ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਹੀ ਅੰਜਾਮ ਦਵਾਇਆ ਗਿਆ ਹੈ। ਉਹ ਸਾਰੇ ਦੀ ਸਾਰੀ ਜਾਣਕਾਰੀ ਬਾਅਦ ਦੇ ਵਿੱਚ ਪੰਜਾਬ ਪੁਲਿਸ ਦੀ FIR ਜੋ ਉਸ ਕੇਸ ਦੇ ਵਿੱਚ ਦਰਜ ਹੋਈ ਤੇ ਜਿਸ ਆਧਾਰ ਉੱਤੇ ਹੁਣ ਚਾਰਜਸ਼ੀਟਾਂ ਅਦਾਲਤ ਦੇ ਵਿੱਚ ਜਾਣ ਗਿਆ, ਉਸ ਦੇ ਵਿੱਚ ਹੂਬਹੂ ਉਹੀ ਜਿਹੜੀ ਫੇਸਬੁੱਕ ਜਿਸ ਨੂੰ ਪੰਜਾਬ ਪੁਲਿਸ ਫੇਕ ਕਹਿੰਦੀ ਪਈ ਸੀ,
ਉਹ ਸ਼ਾਮਲ ਕੀਤੀ ਗਈ। ਇਹ ਚੀਜ਼ ਕਾਫੀ ਹੱਦ ਤੱਕ ਸੰਭਵ ਹੈ ਕਿ ਜਾਣਕਾਰੀਆਂ ਸੂਚਨਾਵਾਂ ਕਈ ਵਾਰ ਗਲਤ ਹੋ ਜਾਂਦੀਆਂ ਨੇ, ਉਹਨਾਂ ਨੂੰ ਰੈਕਟੀਫਾਈ ਕਰਨਾ ਤੇ ਸਮੇਂ ਸਿਰ ਕਰੈਕਟ ਕਰ ਲੈਣਾ ਇਹੀ ਇੱਕ ਸਿਆਣਪ ਹੁੰਦੀ ਹੈ ਤੇ ਇਹੀ ਪੰਜਾਬ ਪੁਲਿਸ ਨੇ ਇਸ ਕੇਸ ਦੇ ਵਿੱਚ ਕੀਤਾ ਵੀ, ਕਿਉਂਕਿ ਜੋ ਗਲਤ ਹੈ ਉਹ ਗਲਤ ਹੈ। ਜਿਸ ਜਾਣਕਾਰੀ ਦਾ ਆਧਾਰ ਹੀ ਨਹੀਂ ਹੈ, ਜੇ ਸੰਦੀਪ ਬਰੇਟਾ ਨਹੀਂ ਫੜਿਆ ਗਿਆ ਤਾਂ ਉਹ ਨਹੀਂ ਫੜਿਆ ਗਿਆ। ਇਸ ਤਰੀਕੇ ਦੀ ਇੱਕ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਦਿੱਤੀ ਗਈ ਸੀ ਗੋਲਡੀ ਬਰਾੜ ਦੇ ਸੰਦਰਭ ਵਿੱਚ। ਹਾਲਾਂਕਿ ਉਸ ਕੇਸ ਦੇ ਵਿੱਚ ਮੇਰੀ ਜਾਣਕਾਰੀ ਜਿਹੜੀ ਸੀ ਉਹ ਵੀ ਗਲਤ ਨਿਕਲੀ ਸੀ ਤੇ ਆਪਾਂ ਉਸ ਜਾਣਕਾਰੀ ਨੂੰ ਫਿਰ ਇੱਕ ਹੋਰ ਵੱਡੀ ਰਿਪੋਰਟ ਦੇ ਨਾਲ ਰੈਕਟੀਫਾਈ ਕੀਤਾ ਸੀ, ਜਿਸ ਵਿੱਚ ਅਸੀਂ ਇਹ ਸਾਬਤ ਕੀਤਾ ਸੀ ਕਿ ਗੋਲਡੀ ਬਰਾੜ ਅਜੇ ਤੱਕ ਗ੍ਰਿਫਤਾਰ ਨਹੀਂ ਹੋਇਆ ਹੈ, ਕਿਉਂਕਿ ਹੋਰ ਕੋਈ ਵੀ ਮਾਧਿਅਮ ਨਹੀਂ ਸੀ ਉਸ ਚੀਜ਼ ਨੂੰ ਸਮਝਣ ਦਾ। ਸੋ ਠੀਕ ਹੈ, ਜੇ ਤੁਹਾਡੇ ਤੋਂ ਇੱਕ ਗਲਤੀ ਹੁੰਦੀ ਹੈ ਤੁਸੀਂ ਉਸ ਗਲਤੀ ਨੂੰ ਦਰੁਸਤ ਕਰੋ। ਲੇਕਿਨ ਅੱਜ ਦਾ ਜਿਹੜਾ ਵੱਡਾ ਸਵਾਲ ਹੈ ਜੋ ਕਿ ਇਸ ਰਿਪੋਰਟ ਦੇ ਸੰਦਰਭ ਦੇ ਵਿੱਚ ਮੈਂ ਚੁੱਕਣਾ ਚਾਹ ਰਿਹਾ ਹਾਂ, ਉਹ ਹੈ ਕਿ ਇਸ ਤਰੀਕੇ ਦੀਆਂ ਘਟਨਾਵਾਂ, ਚਾਹੇ ਸੰਦੀਪ ਬਰੇਟਾ ਦੀ ਘਟਨਾ ਰਹੀ, ਚਾਹੇ ਗੋਇੰਦਵਾਲ ਸਾਹਿਬ ਜੇਲ੍ਹ ਦੇ ਵਿੱਚ ਜਿਹੜੀ ਘਟਨਾ ਹੋਈ, ਉਸ ਦੀ ਜਾਣਕਾਰੀ ਕਿੰਨੀ ਕੁ ਛੇਤੀ ਪਬਲਿਕ ਡੋਮੇਨ ਦੇ ਵਿੱਚ ਕਿਹੜੇ ਸੂਤਰ ਤੋਂ ਆਉਂਦੀ ਹੈ। ਤੇ ਬਹੁਤ ਸੇ ਅਜਿਹੇ ਕੇਸਿਸ ਨੇ ਜਿੱਥੇ ਕਿ ਆਫੀਸ਼ੀਅਲ ਜਿਹੜੀਆਂ ਜਾਣਕਾਰੀਆਂ, ਸਰਕਾਰੀ ਜਿਹੜੀਆਂ ਜਾਣਕਾਰੀਆਂ ਸਹੀ ਨਹੀਂ ਸਾਬਤ ਰਹਿ ਪਾ ਰਹੀਆਂ। ਸੋ ਇੱਕ ਬਹੁਤ ਵੱਡਾ ਚਿੰਤਨ ਤੇ ਮੰਥਨ ਦਾ ਇੱਕ ਵਿਸ਼ਾ ਅੱਜ ਇਹ ਹੋਣਾ ਜ਼ਰੂਰ ਚਾਹੀਦਾ ਹੈ। ਜਦੋਂ ਆਫੀਸ਼ੀਅਲ ਸੂਤਰਾਂ ਤੋਂ ਸੂਚਨਾਵਾਂ ਮਿਲਣੀਆਂ ਬੰਦ ਹੋ ਜਾਣ ਜਾਂ ਫਿਰ ਉਹਨਾਂ ਦੀਆਂ ਜਿਹੜੀਆਂ ਸੂਚਨਾਵਾਂ ਦਿੱਤੀਆਂ ਜਾ ਰਹੀਆਂ ਹੋਣ ਉਹਨਾਂ ਉੱਤੇ ਸੰਸ਼ੇ ਸ਼ੁਰੂ ਹੋ ਜਾਣ, ਉਹ ਸੂਚਨਾਵਾਂ ਗਲਤ ਸਾਬਤ ਹੋਣੀਆਂ ਸ਼ੁਰੂ ਹੋ ਜਾਣ, ਉਹਨਾਂ ਸਥਿਤੀਆਂ ਦੇ ਵਿੱਚ ਕਿਸ ਰਿਲਾਇਬਲ ਨਿਊਜ਼ ਸੋਰਸ ਉੱਤੇ ਭਰੋਸਾ ਕੀਤਾ ਜਾਵੇ, ਕਿਸ ਉੱਤੇ ਨਾ ਕੀਤਾ ਜਾਏ। ਪੰਜਾਬ ਪੁਲਿਸ ਦਾ ਰੀਸੈਂਟ ਕੁਝ ਮਹੀਨਿਆਂ ਦਾ ਜਿਹੜਾ ਇੱਕ ਇਨਫੋਰਮੇਸ਼ਨ ਦਾ ਡਿਸੈਮੀਨੇਸ਼ਨ ਹੈ, ਉਸ ਦੇ ਵਿੱਚ ਇੰਨੀਆਂ ਕੁ ਤਰੁੱਟੀਆਂ ਰਹੀਆਂ ਨੇ। ਬਹੁਤ ਸੀ ਚੀਜ਼ਾਂ ਦੇ ਵਿੱਚ ਕਵਰ ਅਪ ਕਰਨ ਦੀ ਕੋਸ਼ਿਸ਼ ਹੁੰਦੀ ਹੈ, ਕਿਉਂਕਿ ਪੱਤਰਕਾਰਾਂ ਦਾ ਕੰਮ, ਮੀਡੀਆ ਅਦਾਰਿਆਂ ਦਾ ਕੰਮ ਹੁੰਦਾ ਹੈ ਕਿ ਅਸਲ ਸਵਾਲ ਸਰਕਾਰਾਂ ਤੋਂ ਪੁੱਛਣੇ, ਐਸਟੈਬਲਿਸ਼ਮੈਂਟ ਤੋਂ, ਅਧਿਕਾਰੀਆਂ ਅਫਸਰਾਂ ਤੋਂ ਪੁੱਛਣੇ। ਘਟਨਾਵਾਂ ਦੇ ਸੰਦਰਭ ਦੇ ਵਿੱਚ ਜੋ ਕੁਝ ਹੋ ਰਿਹਾ, ਵਾਪਰ ਰਿਹਾ, ਤਫਤੀਸ਼ਾਂ ਚੱਲਦੀਆਂ ਪਈਆਂ ਨੇ, ਲੇਕਿਨ ਇੱਕ ਬੜੀ ਵੱਡੀ ਕਵਰ ਅਪ ਐਕਸਰਸਾਈਜ਼ ਕੀਤੀ ਜਾਂਦੀ ਹੈ ਤੇ ਜਦੋਂ ਉਹਨਾਂ ਸਵਾਲਾਂ ਦੇ ਜਵਾਬ ਇਹ ਅਥਾਰਟੀਜ਼ ਦੇ ਨਹੀਂ ਸਕਦੀਆਂ, ਮੀਡੀਆ ਉਸ ਬਾਰੇ ਆਪਣੇ ਇੰਡੀਪੈਂਡੈਂਟ ਸੂਤਰਾਂ ਤੋਂ ਜਾਣਕਾਰੀਆਂ ਚਲਾ ਦਿੰਦਾ ਹੈ। ਉਸ ਵਕਤ ਐਸਟੈਬਲਿਸ਼ਮੈਂਟ ਨੂੰ, ਅਹੁਦਿਆਂ ਤੇ ਬੈਠੇ ਅਹੁਦੇਦਾਰਾਂ ਨੂੰ ਤਕਲੀਫ ਹੋ ਜਾਂਦੀ ਹੈ ਤੇ ਉਸ ਵਕਤ ਇੱਕ ਫੇਕ ਨਿਊਜ਼ ਦਾ ਜਿਹੜਾ ਨੈਰੇਟਿਵ, ਜਿਸ ਦਾ ਮੈਂ ਜ਼ਿਕਰ ਕੀਤਾ ਕਿ ਫੈਕਟ ਚੈਕਿੰਗ ਕਰੋ ਜੀ, ਫੇਕ ਨਿਊਜ਼ ਨਹੀਂ ਉੜਨੀ ਚਾਹੀਦੀ, ਤਾਂ ਫੇਕ ਨਿਊਜ਼ ਕੋਈ ਵੀ ਨਹੀਂ ਆਪਣੇ ਅਧਿਕਾਰਤ ਮੰਚ ਤੋਂ ਦੇਣਾ ਚਾਹ ਰਿਹਾ। ਜਿਹੜੇ YouTube ਚੈਨਲ ਜਾਂ ਜਿਹੜੇ ਸ਼ਰਾਰਤੀ ਅਨਸਰ ਇਸ ਤਰੀਕੇ ਦੀਆਂ ਗਤੀਵਿਧੀਆਂ ਕਰਦੇ ਨੇ, ਉਹਨਾਂ ਉੱਤੇ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਵੀ ਕਾਰਵਾਈ ਕਰਦਾ ਹੈ, ਉਹਨਾਂ ਦੇ ਉੱਤੇ ਭਾਰਤ ਸਰਕਾਰ ਵੀ ਕਾਰਵਾਈ ਕਰਦੀ ਹੈ ਤੇ ਪੰਜਾਬ ਪੁਲਿਸ ਵੀ, ਪੰਜਾਬ ਸਰਕਾਰ ਵੀ ਕਾਰਵਾਈ ਕਰੇ, ਉਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਲੇਕਿਨ ਤੁਸੀਂ ਫੇਕ ਨਿਊਜ਼ ਦੇ ਨਾਂ ਉੱਤੇ ਜਾਂ ਫੈਕਟ ਚੈਕਿੰਗ ਦੇ ਨਾਂ ਉੱਤੇ ਮੀਡੀਆ ਦੇ ਕੰਟੈਂਟ ਨੂੰ ਦਬਾਉਣ ਦੀ ਕੋਸ਼ਿਸ਼ ਨਾ ਕਰੋ ਤੇ ਪੱਤਰਕਾਰਾਂ ਨੂੰ ਡਰਾਉਣ ਦੀ ਕੋਸ਼ਿਸ਼ ਨਾ ਕਰੋ, ਜੋ ਕਿ ਅੱਜ ਪੰਜਾਬ ਦੇ ਵਿੱਚ ਕੀਤੀ ਜਾ ਰਹੀ ਹੈ। ਜਦੋਂ ਸਾਈਬਰ ਸਿਕਿਉਰਿਟੀ ਲਈ ਜਾਰੀ ਹੋਣ ਵਾਲੇ ਕਰੋੜਾਂ ਰੁਪਏ ਦੇ ਫੰਡ ਦੇ ਸਮਾਗਮ ਦੌਰਾਨ ਮੁੱਖ ਮੰਤਰੀ ਬਾਰ-ਬਾਰ ਚੈਨਲਾਂ ਦਾ ਨਾਂ ਲੈਣਗੇ ਤੇ ਇਹ ਕਹਿਣਗੇ ਜੀ ਫੇਕ ਨਿਊਜ਼ ਪਾਤੀ ਜਾਂਦੀ ਹੈ, ਵੀ ਤੁਹਾਨੂੰ ਸਾਈਬਰ ਸਿਕਿਉਰਿਟੀ ਦਾ ਮਾਇਨਾ ਫੇਕ ਨਿਊਜ਼ ਤੋਂ ਇਲਾਵਾ ਹੋਰ ਕੁਝ ਨਜ਼ਰ ਹੀ ਜਾਂ ਸਮਝ ਹੀ ਨਾ ਆਂਦਾ ਹੋਵੇ, ਤਾਂ ਫਿਰ ਤੁਹਾਡੀ ਬੁੱਧੀਮਤਾ ਦੇ ਉੱਤੇ ਤਾਂ ਸਵਾਲ ਉੱਠਣੇ ਲਾਜ਼ਮੀ ਹੈਗੇ ਨੇ। ਆਪਣੇ ਨਾਲ ਜਿਹੜੇ ਅਫਸਰ ਖੜੇ ਨੇ ਉਹਨਾਂ ਤੋਂ ਵੀ ਪੁੱਛ ਲਿਆ ਜਾਏ ਕਿ ਸਾਈਬਰ ਸਿਕਿਉਰਿਟੀ ਦਾ ਇੱਕ ਬਹੁਤ ਵੱਡਾ ਦਰ ਹੈ ਤੇ ਮੀਡੀਆ ਦੀ ਰੈਗੂਲੇਸ਼ਨ ਜਾਂ ਮੀਡੀਆ ਦੇ ਕੰਟੈਂਟ ਦੀ ਫੈਕਟ ਚੈਕਿੰਗ ਇੱਕ ਬਹੁਤ ਛੋਟਾ ਜਿਹਾ ਇੱਕ ਉਸਦਾ ਇੱਕ ਐਸਪੈਕਟ ਹੋਣਾ ਚਾਹੀਦਾ ਹੈ। ਲੇਕਿਨ ਸਰਕਾਰ ਦਾ ਪੂਰਾ ਧਿਆਨ, ਤਵੱਜੋ, ਫੋਕਸ ਨੈਰੇਟਿਵ ਬਿਲਡਿੰਗ ਦੇ ਉੱਤੇ ਹੈ। ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਕਿ ਜਦੋਂ ਤੁਸੀਂ ਇਸ਼ਤਿਹਾਰਬਾਜ਼ੀ ਜਾਂ ਮੀਡੀਆ ਨੂੰ ਮੈਨੇਜ ਕਰਨ ਜਾਂ ਉਸਨੂੰ ਰੈਗੂਲੇਟ ਕਰਨ ਵਿੱਚ ਆਪਣੀ ਪੂਰੀ ਸਰਕਾਰ ਦਾ ਜ਼ੋਰ ਲਾ ਰੱਖਿਆ ਹੈ, ਉਹਨਾਂ ਸਥਿਤੀਆਂ ਦੇ ਵਿੱਚ ਤੁਸੀਂ ਇਸ ਤਰੀਕੇ ਦੇ ਪੈਂਤੜੇ ਅਪਣਾਉਂਦੇ ਹੋ ਤੇ ਅੱਜ ਜਿਹੜੀ ਸੰਦੀਪ ਬਰੇਟੇ ਦੀ ਇਹ ਜਿਹੜੀ ਜਾਣਕਾਰੀ ਗਲਤ ਸਾਬਤ ਹੁੰਦੀ ਹੈ, ਗਲਤ ਨਿਕਲਦੀ ਹੈ, ਠੀਕ ਹੈ, ਉਸ ਜਾਣਕਾਰੀ ਨੂੰ ਦਰੁਸਤ ਕਰ ਲਿਆ ਗਿਆ ਹੈ। ਉਹ ਜਿਹੜੀਆਂ ਖਬਰਾਂ ਛਾਪਣੀਆਂ ਸੀ ਛਾਪੀਆਂ। ਅੱਜ ਵੀ ਤੁਸੀਂ ਸੰਦੀਪ ਬਰੇਟੇ ਨੂੰ ਗੂਗਲ ਤੇ ਸਰਚ ਕਰੋਗੇ, ਤੁਹਾਨੂੰ ਸਾਰੀਆਂ ਗਲਤ ਖਬਰਾਂ ਮਿਲਣਗੀਆਂ ਜੋ ਕਿ ਪਿਛਲੇ 24-36 ਘੰਟਿਆਂ ਦੌਰਾਨ ਚੱਲੀਆਂ, ਨਸ਼ਰ ਹੋਈਆਂ, ਪਬਲਿਕ ਹੋਈਆਂ। ਉਹਦੀ ਜਿਹੜੀ ਕਲੈਰੀਫਿਕੇਸ਼ਨ ਆਈ ਉਹ ਤੁਹਾਨੂੰ ਘੱਟ ਸਰਚ ਦੇ ਵਿੱਚ ਤੁਹਾਡੇ ਸਾਹਮਣੇ ਆਏਗੀ। ਲੇਕਿਨ ਇਹ ਵੀ ਜ਼ਰੂਰੀ ਹੈ ਕਿ ਸੰਦੀਪ ਬਰੇਟੇ ਵਰਗੇ ਲੋਕਾਂ ਦੀ ਗੱਲਬਾਤ ਉੱਭਰ ਕੇ ਵੀ ਸਾਹਮਣੇ ਆਉਂਦੀ, ਕਿਉਂਕਿ ਇਹ ਲੋਕ ਤਾਂ ਦਬੇ ਪਏ ਨੇ। ਹਰਸ਼ ਧੂਰੀ, ਪ੍ਰਦੀਪ ਕਲੇਰ, ਸੰਦੀਪ ਬਰੇਟਾ, ਰਾਕੇਸ਼ ਦੜਵਾ, ਇਹਨਾਂ ਦਾ ਤਾਂ ਜ਼ਿਕਰ ਮੈਂ ਪਿਛਲੇ 7-8 ਸਾਲਾਂ ਦੇ ਵਿੱਚ ਮੇਨ ਸਟ੍ਰੀਮ ਪੋਲੀਟੀਕਲ ਪਾਰਟੀ ਦੇ ਕਿਸੇ ਲੀਡਰਾਂ ਤੋਂ ਨਹੀਂ ਸੁਣਿਆ। ਤੁਸੀਂ ਜੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਗੁਰਮੀਤ ਰਾਮ ਰਹੀਮ ਦੀ ਗੱਲ ਕਰਨੀ ਹੋਵੇ ਤਾਂ ਬਹੁਤ ਛੇਤੀ ਜ਼ਿਕਰ ਕੀਤਾ ਜਾਂਦਾ ਹੈ। ਲੇਕਿਨ ਅਸਲ ਦੇ ਵਿੱਚ ਗੁਰਮੀਤ ਰਾਮ ਰਹੀਮ ਨੂੰ ਹੇਠਲੇ ਪੱਧਰ ਉੱਤੇ ਜਿੰਨੇ ਵੀ ਕ੍ਰਿਮੀਨਲਸ ਨੇ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ, ਉਹਨਾਂ ਦੇ ਨਾਲ ਲਿੰਕ ਕਰਨ ਵਾਲੀ ਕੜੀਆਂ ਦਾ ਜ਼ਿਕਰ ਕਰੋ, ਉਹ ਸਾਰੀਆਂ ਕੜੀਆਂ ਮਿਸ ਕਰਦੀ ਪਏ ਹੋ। ਅੱਜ ਤੁਸੀਂ ਮਹਿੰਦਰਪਾਲ ਸਿੰਘ ਬਿੱਟੂ ਨੂੰ ਜੇਲ੍ਹ ਦੇ ਵਿੱਚ ਮਾਰਤਾ ਜਾਂਦਾ। ਆ 4 ਜਿਹੜੇ ਬੰਦੇ ਮੇਨ ਇਹਨਾਂ ਨੇ ਜੋੜਨਾ ਸੀ ਗੁਰਮੀਤ ਰਾਮ ਰਹੀਮ ਨੂੰ ਉਸ ਪੂਰੀ ਦੀ ਪੂਰੀ ਸਾਜ਼ਿਸ਼ ਦੇ ਨਾਲ, ਸਾਜ਼ਿਸ਼ ਕਾੜਿਆਂ ਦੇ ਰੂਪ ਵਿੱਚ, ਇਹ ਅੱਜ ਭਗੌੜੇ ਨੇ ਤੇ ਇਹਨਾਂ ਬਾਰੇ ਕੋਈ ਗੱਲਬਾਤ ਨਹੀਂ ਉੱਠਦੀ ਤੇ ਜਦੋਂ ਗੱਲ ਉੱਠਦੀ ਵੀ ਹੈ ਉਹ ਇੱਕ ਗਲਤ ਜਾਣਕਾਰੀ ਜਾਂ ਗਲਤ ਖਬਰ ਦੀ ਸ਼ਕਲ ਦੇ ਵਿੱਚ। ਸੋ ਸੰਦੀਪ ਬਰੇਟੇ ਬਾਰੇ ਨਸ਼ਰ ਹੋਈ ਗਲਤ ਜਾਣਕਾਰੀ, ਉਸ ਬਾਰੇ ਪੰਜਾਬ ਪੁਲਿਸ ਦੇ ਆਫੀਸ਼ੀਅਲ ਹੈਂਡਲ ਤੋਂ ਦਿੱਤੀ ਗਈ ਗਲਤ ਇਨਫੋਰਮੇਸ਼ਨ ਅੱਜ ਸਾਡੇ ਕੋਲ ਇੱਕ ਆਧਾਰ ਜ਼ਰੂਰ ਦਿੰਦੀ ਹੈ ਕਿ ਅਸੀਂ ਇਹਨਾਂ ਕ੍ਰਿਮੀਨਲਸ
ਜੋ ਕਿ ਅੱਜ ਭਗੌੜੇ ਨੇ ਇਹਨਾਂ ਨੂੰ ਫੜਨ ਲਈ ਕੀ ਕੁਝ ਕੀਤਾ ਹੈ। SPS ਪਰਮਾਰ ਦੀ ਸਿੱਟ ਨੇ ਕਿੰਨੀਆਂ ਕੋਸ਼ਿਸ਼ਾਂ ਕੀਤੀਆਂ, ਕਿੰਨੀ ਕਿ ਸੁਹਿਰਦ ਤੇ ਗੰਭੀਰ ਸਨ ਉਹਨਾਂ ਕੋਸ਼ਿਸ਼ਾਂ ਦੇ ਨਤੀਜੇ ਕੀ ਨਿਕਲੇ। ਇਹਨਾਂ ਸਭ ਉੱਤੇ ਇਸ ਵਕਤ ਵਿਚਾਰ ਵਟਾਂਦਰਾ ਹੋਣਾ ਚਾਹੀਦਾ ਹੈ, ਚਰਚਾ ਹੋਣੀ ਚਾਹੀਦੀ ਹੈ, ਕ੍ਰਿਟੀਕਲ ਡਾਇਲੌਗ ਹੋਣਾ ਚਾਹੀਦਾ ਹੈ। ਪੋਲੀਟੀਕਲ ਪਾਰਟੀਆਂ ਉੱਤੇ ਉੱਠਣ। ਅਕਾਲੀ ਦਲ ਦੇ ਮੈਂ ਇੱਕ ਬੁਲਾਰੇ ਨੂੰ ਸੁਣਦਾ ਪਿਆ ਸੀ, ਉਸ ਨੂੰ ਬੜੀ ਤਕਲੀਫ ਹੋ ਰਹੀ ਸੀ ਕਿ ਸੰਦੀਪ ਬਰੇਟੇ ਦੀ ਜਿਹੜੀ ਖਬਰ ਆ ਗਲਤ ਨਿਕਲ ਗਈ। ਸੋ ਸੰਦੀਪ ਬਰੇਟਾ ਤੇ ਆ ਜਿਹੜੇ ਹਰਸ਼ ਤੂਰੀ ਵਗੈਰਾ ਨੇ, ਇਹਨਾਂ ਦੇ ਉੱਤੇ ਇਲਜ਼ਾਮ ਤਾਂ ਇਹ ਵੀ ਲੱਗੇ ਕਿ ਇਹ ਤਾਂ ਅਕਾਲੀ ਦਲ ਦੇ ਪ੍ਰਧਾਨ ਦੇ ਦਫ਼ਤਰ ਦੇ ਵਿੱਚ ਅਕਾਲੀ ਦਲ ਦੀ ਖੁਦ ਮਹਿਲਾ ਵਿੰਗ ਜਿਹੜੀ ਇਸਤਰੀ ਵਿੰਗ ਹੈਗੀ ਉਸ ਦੀ ਇੱਕ ਲੀਡਰ ਨੇ ਇਲਜ਼ਾਮ ਲਾਇਆ ਕਿ ਉਸਨੇ 2 ਵਾਰ, ਸਭ ਤੋਂ ਵੱਡਾ ਵਿਟਨੈਸ ਉਹ ਮਹਿਲਾ ਨੂੰ ਵੀ ਲਿਆ ਜਾ ਸਕਦਾ ਹੈ ਕਿ ਉਸਨੇ 2 ਵਾਰ ਅਕਾਲੀ ਦਲ ਦੇ ਪ੍ਰਧਾਨ ਦੇ ਦਫ਼ਤਰ ਦੇ ਵਿੱਚ ਇਹਨਾਂ ਜਿਹੜੇ 4 ਬੰਦੇ ਪ੍ਰਦੀਪ ਕਲੇਰ, ਹਰਸ਼ ਤੂਰੀ, ਸੰਦੀਪ ਬਰੇਟਾ ਤੇ ਰਕੇਸ਼ ਦਿੜਵਾ, ਇਹਨਾਂ ਵਿੱਚੋਂ ਇੱਕ ਨੂੰ ਦੇਖਿਆ ਤੇ ਕਈ ਵਾਰ ਮਲਟੀਪਲ ਨੰਬਰ ਆਫ ਟਾਈਮਸ ਉਸ ਦਫ਼ਤਰ ਦੇ ਬਾਹਰ ਨਜ਼ਰ ਆਇਆ ਉਹਨਾਂ ਸਮਿਆਂ ਦੇ ਵਿੱਚ ਜਦੋਂ ਕਿ ਅਕਾਲੀ ਦਲ ਦੀ ਸਰਕਾਰ ਸੀ, ਅਕਾਲੀ ਦਲ ਦੇ ਹੱਥ ਵਿੱਚ ਤਾਕਤ ਹੋਇਆ ਕਰਦੀ ਸੀ। ਸੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਵੀ ਨੇ। ਲੇਕਿਨ ਇਹਨਾਂ ਫਰਾਰ ਮੁਲਜ਼ਮਾਂ ਜੋ ਕਿ ਅੱਜ ਭਗੌੜੇ ਫਰਾਰ ਹੈਗੇ ਨੇ, ਲੁੱਕ ਆਊਟ ਸਰਕੂਲਰ ਇਹਨਾਂ ਦੇ ਨਾਂ ਉੱਤੇ ਜਾਰੀ ਹੋਏ ਨੇ, ਇਹਨਾਂ ਦੇ ਬਾਰੇ ਆਈ ਇਸ ਗਲਤ ਖਬਰ ਇਸ ਕੰਟੈਕਸਟ ਦੇ ਵਿੱਚ ਉਸਨੇ ਸਾਨੂੰ ਮੌਕਾ ਜ਼ਰੂਰ ਦਿੱਤਾ ਕਿ ਅਸੀਂ ਰੀਵਿਜ਼ਿਟ ਜ਼ਰੂਰ ਕਰੀਏ ਕਿ ਇਸ ਕੇਸ ਦੇ ਵਿੱਚ ਇਹ 4 ਲੋਕ ਵੀ ਵਾਂਟਡ ਨੇ। ਇਹਨਾਂ ਨੂੰ ਲੱਭਣ ਲਈ ਵੀ ਉਨਾ ਹੀ ਜ਼ੋਰ ਲਾਓ, ਉਨੀ ਹੀ ਸ਼ਿੱਦਤ ਨਾਲ ਕੰਮ ਕਰੋ ਜਿੰਨਾ ਜ਼ੋਰ ਲਾਉਣ ਦੇ ਦਾਅਵੇ ਤੁਸੀਂ ਕੋਰਟ ਦੇ ਕੇਸਾਂ ਦੇ ਵਿੱਚ ਉਹਨਾਂ ਦੀ ਪੈਰਵੀ ਦੀ ਕਰ ਰਹੇ ਹੋ, ਦਾਅਵੇ ਕਰ ਰਹੇ ਹੋ। ਮੈਂ ਨਹੀਂ ਕਹਿ ਰਿਹਾ ਕਿ ਪੈਰਵੀ ਸਹੀ ਹੋ ਰਹੀ ਹੈ, ਉਸ ਦੇ ਵਿੱਚ ਵੀ ਬੜੇ ਵੱਡੇ ਕਿੰਤੂ ਪਰੰਤੂ ਨੇ। ਲੇਕਿਨ ਲਾਰਜਰ ਕੁਐਸਚਨ ਉੱਥੇ ਹੀ ਹੈ, ਮੀਡੀਆ ਨੂੰ ਦਿੱਤੀ ਜਾਣ ਵਾਲੀ ਇਨਫੋਰਮੇਸ਼ਨ ਡਿਸੈਮੀਨੇਸ਼ਨ ਕੀ ਸਹੀ ਹੈ ਕੀ ਗਲਤ ਹੈ। ਫੇਕ ਨਿਊਜ਼ ਜਾਂ ਫੈਕਟ ਚੈਕਿੰਗ ਦੇ ਨਾਂ ਉੱਤੇ ਅੱਜ ਪੰਜਾਬ ਦੇ ਵਿੱਚ ਇੱਕ ਫੀਅਰ ਜਿਹੜਾ ਸਾਈਕੋਸਿਸ ਮੈਸ ਲੈਵਲ ਉੱਤੇ, ਮੀਡੀਆ ਦੇ ਲੈਵਲ ਉੱਤੇ ਕ੍ਰੀਏਟ ਕੀਤਾ ਗਿਆ ਹੈ। ਅੱਜ ਉਸ ਵਿਸ਼ੇ ਨੂੰ ਵੀ ਮੈਂ ਇਸ ਸੂਚਨਾ ਜੋ ਕਿ ਇੱਕ ਗਲਤ ਤਰੀਕੇ ਦੇ ਨਾਲ ਆਈ ਰਿਸੀਵ ਕੀਤੀ ਗਈ ਤੇ ਉਸ ਨੂੰ ਅੱਗੇ ਨਸ਼ਰ ਕੀਤਾ ਗਿਆ, ਆਧਾਰ ਬਣਿਆ, ਉਸ ਦੇ ਜ਼ਰੀਏ ਡਿਸਕਸ ਕਰਨਾ ਚਾਹੁੰਦਾ ਸੀ। ਸੋ ਤੁਸੀਂ ਵੀ ਆਪਣੀ ਫੀਡਬੈਕ ਜ਼ਰੂਰ ਇਸ ਵਿਸ਼ੇ ਉੱਤੇ ਦਿਓ। ਆਪਾਂ 2 ਚੀਜ਼ਾਂ ਨੂੰ ਅੱਜ ਇਸ ਰਿਪੋਰਟ ਦੇ ਵਿੱਚ ਕਲੱਬ ਕੀਤਾ ਹੈ। ਜਰਨੈਲ ਸਿੰਘ ਗੋਰਾ ਸਠਿਆਲਾ, ਉਹ ਗੈਂਗਸਟਰ ਜਿਸ ਨੂੰ ਗੋਲੀਆਂ ਮਾਰੀਆਂ ਗਈਆਂ ਨੇ, ਉਸ ਬਾਰੇ ਮੈਂ ਅੱਜ ਰਿਪੋਰਟ ਬਣਾਉਣੀ ਸੀ। ਲੇਕਿਨ ਮੇਰੇ ਕੋਲ ਜਿੰਨੀ ਕੁ ਇਨਫੋਰਮੇਸ਼ਨ ਆ ਚੁੱਕੀ ਹੈ ਉਸ ਤੋਂ ਕੁਝ ਹੋਰ ਸਬਸਟੈਂਸ਼ੀਏਟ ਕਰਨ ਲਾਇਕ ਇਨਫੋਰਮੇਸ਼ਨ ਹਜੇ ਮੇਰੇ ਕੋਲ ਨਹੀਂ ਸੀ, ਤਾਂ ਕਰਕੇ ਉਸ ਰਿਪੋਰਟ ਨੂੰ ਮੈਂ ਇੱਕ ਹੋਰ ਦਿਨ ਲਈ ਅੱਗੇ ਪੋਸਟਪੋਨ ਕਰ ਰਿਹਾ। ਅਗਲੀ ਰਿਪੋਰਟ ਮੇਰੀ ਜਰਨੈਲ ਸਿੰਘ ਗੋਰਾ ਸਠਿਆਲਾ ਉੱਤੇ ਹੋਏਗੀ। ਅੱਜ ਦੀ ਰਿਪੋਰਟ ਦੇ ਵਿੱਚ ਇਹੀ ਗੱਲਾਂ ਬਾਤਾਂ ਸਨ। ਛੇਤੀ ਹੀ ਹੋਰ ਗੱਲਬਾਤ ਲੈ ਕੇ ਤੁਹਾਡੇ ਨਾਲ ਮਿਲਾਂਗਾ। ਰਿਤੇਸ਼ ਰਖਿਆਨ ਪਲੱਗ ਨਾਲ ਜੁੜੇ ਰਹੋ। ਬਹੁਤ ਬਹੁਤ ਧੰਨਵਾਦ ਇਸ ਰਿਪੋਰਟ ਨੂੰ ਵੇਖਣ ਲਈ, ਸੁਣਨ ਲਈ।